+2 ਪੰਜਾਬੀ ਲਿਟਰੇਚਰ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਸਾਹਿਤਿਕ ਜਾਣਕਾਰੀ ਤੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਵਾਰਿਸ ਸ਼ਾਹ ਦਾ ਕਿੱਸਾ ਵਿਸਤਾਰ ਸਹਿਤ ਪੜਾਂਗੇ। ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਯਾਦ ਕਰੋ। ਸੈਯਦ ਵਾਰਿਸ ਸ਼ਾਹ ਪੰਜਾਬੀ ਕਿੱਸਾ ਸਾਹਿਤ ਦਾ ਪ੍ਰਤੀਨਿਧ ਕਿੱਸਾਕਾਰ ਹੈ ਤੇ ਆਪ ਦਾ ਜਨਮ ਜੰਡਿਆਲਾ ਸ਼ੇਰ ਖਾਂ ਜ਼ਿਲ੍ਹਾ ਸ਼ੇਖੂਪੁਰ ਵਿੱਚ ਸੈਯਦ ਗੁਲਸ਼ੇਰ ਖਾਂ ਦੇ ਘਰ ਹੋਇਆ। ਆਪ ਨੇ ਕਸੂਰ ਤੇ ਪਾਕਪਟਨ ਵਿੱਚ ਵਿੱਦਿਆ ਹਾਸਲ ਕੀਤੀ ਤੇ ਆਪ ਦੀ ਰਚਨਾ ਕਿੱਸਾ ਹੀਰ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਸ਼ਾਹਕਾਰ ਰਚਨਾ ਹੋਣ ਦਾ ਮਹੱਤਵਪੂਰਨ ਸਥਾਨ ਹਾਸਲ ਹੈ। ਤੇ ਆਪ ਨੇ ਕਿੱਸਾ ਹੀਰ ਵਿੱਚ ਮੂਲ ਕਹਾਣੀ ਭਾਵੇਂ ਹੀਰ ਤੇ ਰਾਂਝੇ ਦੇ ਪਿਆਰ ਦੀ ਲਈ ਹੈ, ਪਰ ਇਸ ਦੇ ਪਿਛੋਕੜ ਵਿੱਚ ਪੰਜਾਬੀ ਸੱਭਿਆਚਾਰ ਦਾ ਵਿਰਾਟ ਚਿੱਤਰ ਪੇਸ਼ ਕੀਤਾ ਗਿਆ। ਵਾਰਿਸ ਸ਼ਾਹ ਦੀ ਪੰਜਾਬ ਦੇ ਲੋਕ ਜੀਵਨ ਨਾਲ ਡੂੰਘੀ ਸਾਂਝ ਸੀ ਤੇ ਆਪ ਨੇ ਆਪਣੇ ਕਿੱਸੇ ਵਿੱਚ ਇੱਥੋਂ ਦੇ ਲੋਕਾਂ ਦੇ ਜੀਵਨ, ਰਹਿਣੀ ਬਹਿਣੀ, ਰਸਮੋ ਰਿਵਾਜ, ਖੁਸ਼ੀਆਂ ਗਮੀਆਂ ਨੂੰ ਬੜੇ ਹੀ ਸੁਭਾਵਿਕ ਰੂਪ ਵਿੱਚ ਵਿਸਤਾਰ ਨਾਲ ਚਿੱਤਰਿਆ। ਵਾਰਿਸ ਸ਼ਾਹ ਨੇ ਕਿੱਸਾ ਹੀਰ ਬੈਂਤ ਛੰਦ ਵਿੱਚ ਲਿਖਿਆ ਤੇ ਉਸ ਦੀ ਬੋਲੀ ਸਾਦੀ, ਮੁਹਾਵਰੇਦਾਰ, ਨਿੱਤ ਵਰਤੀ ਜਾਂਦੀ ਠੇਠ ਪੰਜਾਬੀ ਹੈ। ਇਹੀ ਕਾਰਨ ਹੈ ਕਿ ਆਪ ਦਾ ਕਿੱਸਾ ਪੰਜਾਬ ਦੀਆਂ ਸੱਥਾਂ, ਦਾਇਰਿਆਂ ਤੇ ਪਰਿਆਂ ਤੇ ਮੇਲਿਆਂ ਵਿੱਚ ਆਮ ਗਾਇਆ ਤੇ ਸੁਣਿਆ ਜਾਂਦਾ ਹੈ। ਹਥਲੇ ਕਾਵਿ ਸੰਗ੍ਰਹਿ ਲਈ ਰਾਂਝੇ ਦਾ ਬਾਲਨਾਥ ਕੋਲ ਜਾਣਾ, ਬਾਲਨਾਥ ਦਾ ਸਵਾਲ, ਰਾਂਝੇ ਦੀ ਜੋਗ ਲਈ ਬੇਨਤੀ, ਬਾਲਨਾਥ ਦਾ ਰਾਂਝੇ ਨੂੰ ਸਮਝਾਉਣਾ, ਰਾਂਝੇ ਦਾ ਉੱਤਰ ਬਾਲਨਾਥ ਨੂੰ, ਰਾਂਝੇ ਦਾ ਜੋਗ ਲੈਣਾ, ਬਾਲਨਾਥ ਵੱਲੋਂ ਰਾਂਝੇ ਨੂੰ ਨਸੀਹਤ, ਰਾਂਝੇ ਦਾ ਜੋਗ ਲੈ ਕੇ ਵਿਦਾ ਹੋਣਾ, ਰਾਂਝੇ ਦਾ ਜੋਗ ਲੈ ਕੇ ਰੰਗਪੁਰ ਜਾਣਾ ਤੇ ਜੋਗੀ ਦੀ ਫੇਰੀ ਨਾਲ ਸੰਬੰਧਿਤ ਬੰਦ ਸ਼ਾਮਿਲ ਕੀਤੇ ਗਏ ਹੈ। ਤੇ ਪਹਿਲਾ ਬੰਦ ਪੜ੍ਹਦੇ ਹਾਂ ਅਸੀਂ ਇਹਨਾਂ ਦਾ। ਦੇਖੋ, ਰਾਂਝੇ ਦਾ ਜੋਗੀ ਬਾਲਨਾਥ ਕੋਲ ਜਾਣਾ। ਟਿੱਲੇ ਜਾਏ ਕੇ ਜੋਗੀ ਨੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫਕੀਰ ਮੀਆਂ, ਤੇਰੇ ਦਰਸ ਦੀਦਾਰ ਦੇ ਵੇਖਣੇ ਨੂੰ ਆਇਆ ਦੇਸ ਪਰਦੇਸ ਨੂੰ ਚੀਰ ਮੀਆਂ। ਸਿਦਕ ਧਾਰ ਕੇ ਨਾਲ ਯਕੀਨ ਆਇਆ, ਅਸੀਂ ਚੇਲੜੇ ਤੇ ਤੁਸੀਂ ਪੀਰ ਮੀਆਂ, ਬਾਦਸ਼ਾਹ ਸੱਚਾ ਰੱਬ ਆਲਮਾਂ ਦਾ ਫਕਰ ਉਸ ਤੇ ਹੈਨ ਵਜ਼ੀਰ ਮੀਆਂ, ਇਹਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਦੁੱਧ ਬਾਜ ਨਾ ਰਿਝਦੀ ਖੀਰ ਮੀਆਂ। ਤਾਂ ਕਰਦੇ ਹਾਂ ਅਸੀਂ। ਦੇਖੋ, ਇਸ ਪੈਰੇ ਦੇ ਵਿੱਚੋਂ ਪਹਿਲਾਂ ਔਖੇ ਸ਼ਬਦਾਂ ਦੇ ਅਰਥ। ਟਿੱਲੇ ਦਾ ਮਤਲਬ ਹੁੰਦਾ ਉੱਚੀ ਪਹਾੜੀ ਉੱਪਰ ਸਥਿਤ ਜੋਗੀਆਂ ਦਾ ਇੱਕ ਡੇਰਾ, ਤੇ ਦਰਸ ਹੁੰਦਾ ਦਰਸ਼ਨ, ਤੇ ਆਲਮਾ ਦੁਨੀਆ, ਮੁਰਸ਼ਦ ਹੁੰਦਾ ਗੁਰੂ ਜਾਂ ਉਸਤਾਦ। ਤਾਂ ਪ੍ਰਸੰਗ ਦੇਖੋ ਇਹਨਾਂ ਲਾਈਨਾਂ ਦਾ। ਪਹਿਲਾਂ, ਇਹ ਕਾਵਿ ਟੋਟਾ ਵਾਰਿਸ ਸ਼ਾਹ ਦੇ ਕਿੱਸੇ ਹੀਰ ਵਿੱਚੋਂ ਲਿਆ ਗਿਆ ਹੈ ਤੇ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਰਾਂਝੇ ਦਾ ਜੋਗੀ ਬਾਲਨਾਥ ਕੋਲ ਜਾਣਾ ਸਿਰਲੇਖ ਹੇਠ ਦਰਜ ਹੈ। ਤੇ ਇਸ ਕਵਿਤਾ ਵਿੱਚ ਕਵੀ ਨੇ ਰਾਂਝੇ ਦੁਆਰਾ ਬਾਲਨਾਥ ਦੇ ਟਿੱਲੇ ਉੱਤੇ ਜਾ ਕੇ ਉਸ ਨੂੰ ਜੋਗ ਦੀ ਬਖਸ਼ਿਸ਼ ਕਰਨ ਲਈ ਬੇਨਤੀ ਕਰਨ ਦਾ ਜ਼ਿਕਰ ਕੀਤਾ। ਤਾਂ ਕੀ ਕਹਿੰਦਾ ਕਵੀ, ਦੇਖੋ ਇਹਨਾਂ ਲਾਈਨਾਂ ਦੇ ਵਿੱਚ। ਵਿਆਖਿਆ ਕਰਦੇ ਹਾਂ ਅੱਗੇ ਅਸੀਂ ਇਹਨਾਂ ਦੀ। ਕਵੀ ਕਹਿੰਦਾ ਹੈ ਕਿ ਰਾਂਝੇ ਨੇ ਬਾਲਨਾਥ ਜੋਗੀ ਦੇ ਟਿੱਲੇ ਉੱਪਰ ਜਾ ਕੇ ਹੱਥ ਜੋੜੇ ਤੇ ਉਸ ਨੂੰ ਬੇਨਤੀ ਕੀਤੀ। ਟਿੱਲੇ ਜਾਏ ਕੇ ਜੋਗੀ ਨੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫਕੀਰ ਮੀਆਂ। ਤੇ ਕੀ ਕਹਿੰਦਾ ਉਹ ਉੱਥੇ ਆ ਕੇ ਉਹਨਾਂ ਨੂੰ, ਕਿ ਉਹ ਉਸ ਨੂੰ ਆਪਣਾ ਚੇਲਾ ਬਣਾ ਲਵੇ। ਉਹ ਉਸ ਦੇ ਦਰਸ਼ਨ ਕਰਨ ਦੀ ਖਾਤਰ ਬਹੁਤ ਸਾਰੇ ਦੇਸਾਂ ਪ੍ਰਦੇਸਾਂ ਵਿੱਚੋਂ ਪੈਂਡੇ ਮਾਰ ਕੇ ਉਸ ਦੇ ਕੋਲ ਪੁੱਜਾ ਹੈ। ਤੇਰੇ ਦਰਸ ਦੀਦਾਰ ਦੇ ਵੇਖਣੇ ਨੂੰ ਆਇਆ ਦੇਸ ਪਰਦੇਸ ਨੂੰ ਚੀਰ ਮੀਆਂ, ਵੀ ਬਹੁਤ ਸਾਰੇ ਦੇਸ ਪਰਦੇਸ ਚੀਰ ਕੇ ਉਹ ਉਸ ਦੇ ਕੋਲ ਪਹੁੰਚਾ ਤੇ ਉਹ ਪੂਰੇ ਸਿਦਕ ਤੇ ਯਕੀਨ ਨਾਲ ਉਸ ਕੋਲ ਪੁੱਜਾ ਹੈ ਤੇ ਆਪਣੇ ਆਪ ਨੂੰ ਉਸ ਦਾ ਚੇਲਾ ਸਮਝਦਾ ਹੋਇਆ ਉਸ ਨੂੰ ਪੀਰ ਮੰਨਦਾ ਹੈ। ਅਸੀਂ ਚੇਲੜੇ ਤੇ ਤੁਸੀਂ ਪੀਰ ਮੀਆਂ, ਠੀਕ ਹੈ। ਉਹ ਇਸ ਯਕੀਨ ਦੇ ਨਾਲ ਆਇਆ ਵੀ ਅਸੀਂ ਕਿ ਮੈਂ ਤੁਹਾਡਾ ਚੇਲਾ ਹਾਂ ਤੇ ਤੁਸੀਂ ਮੇਰੇ ਪੀਰ ਹੋ। ਤਾਂ ਉਸਨੇ ਕਿਹਾ ਕਿ ਸਾਰੀ ਸ੍ਰਿਸ਼ਟੀ ਦਾ ਅਸਲ ਬਾਦਸ਼ਾਹ ਦਾ ਰੱਬ ਹੈ ਤੇ ਉਸ ਵਰਗੇ ਪਹੁੰਚੇ ਫਕੀਰ ਤੇ ਜੋਗੀ ਉਸਦੇ ਵਜ਼ੀਰ ਹੁੰਦੇ ਹਨ, ਜਿਹੜੇ ਦੁਨੀਆ ਨੂੰ ਰੱਬ ਦੇ ਰਾਹ ਤੇ ਤੋਰਦੇ ਹਨ। ਹੇ ਪੀਰ ਜੀ, ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਦੁੱਧ ਬਾਜ ਨਾ ਰਿਝਦੀ ਖੀਰ ਮੀਆਂ। ਤੇ ਉਹ ਕਹਿੰਦਾ ਵੀ ਗੁਰੂ ਤੋਂ ਬਿਨਾਂ ਮਨੁੱਖ ਦਾ ਰੂਹਾਨੀ ਰਾਹ ਉੱਤੇ ਤੁਰਨਾ ਇਸੇ ਤਰ੍ਹਾਂ ਹੀ ਅਸੰਭਵ ਹੈ ਜਿਸ ਤਰ੍ਹਾਂ ਦੁੱਧ ਤੋਂ ਬਿਨਾਂ ਖੀਰ ਨਹੀਂ ਰਿਝਦੀ। ਇਹਨੂੰ ਗੁਰੂ ਬਣ ਕੇ ਜੋਗ ਦੇ ਰੂਹਾਨੀ ਰਸਤੇ ਉੱਪਰ ਤੋਰੇ। ਅਗਲੀਆਂ ਲਾਈਨਾਂ ਦੇਖੋ। ਯਾਦ ਹੱਕ ਦੀ ਸਬਰ ਤਸਲੀਮ ਨੇ ਝਾ, ਤੁਸਾਂ ਜੱਗ ਦੇ ਨਾਲ ਕੀ ਸੀਰ ਮੀਆਂ, ਫਕਰ ਕੁੱਲ ਜਹਾਨ ਦਾ ਆਸਰਾ ਨੇ, ਤਾਬਿਆ ਫਕਰ ਦੇ ਪੀਰ ਤੇ ਮੀਰ ਮੀਆਂ। ਮੇਰਾ ਮਾਓ ਨਾ ਬਾਪ ਨਾ ਸਾਕ ਕੋਈ, ਚਾਚਾ ਤਾਇਆ ਨਾ ਭੈਣ ਤੇ ਵੀਰ ਮੀਆਂ। ਦੁਨੀਆ ਵਿੱਚ ਹੈਰਾਨ ਹਾਂ ਬਹੁਤ ਹੋਇਆ, ਪੈਰੋਂ ਸਾਡਿਓਂ ਲਾ ਜੰਜ਼ੀਰ ਮੀਆਂ। ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸਥੇ, ਨਜ਼ਰ ਆਮ ਨਾ ਏ ਜ਼ਾਹਰਾ ਪੀਰ ਮੀਆਂ। ਤੇ ਇਹਦੇ ਵਿੱਚੋਂ ਦੇਖੋ, ਹੱਕ ਦਾ ਮਤਲਬ ਰੱਬ ਤੇ ਸਬਰ ਦਾ ਮਤਲਬ ਸੰਤੋਖ, ਤਸਲੀਮ ਨਮਸਕਾਰ, ਠੀਕ ਹੈ, ਕਿਸੇ ਨੂੰ ਸਿਰ ਝੁਕਾਉਣਾ, ਨਮਸਕਾਰ ਕਰਨੀ, ਤਸਲੀਮ। ਪ੍ਰਸੰਗ ਤਾਂ ਦੇਖੋ ਇਹਨਾਂ ਲਾਈਨਾਂ ਦਾ ਪਹਿਲਾਂ ਵਾਲਾ ਹੀ ਹੋਵੇਗਾ ਤੇ ਵਿਆਖਿਆ ਕਰਦੇ ਹਾਂ ਅਸੀਂ। ਦੇਖੋ,
ਰਾਂਝਾ ਬਾਲਨਾਥ ਤੋਂ ਜੋਗ ਲੈਣ ਲਈ ਉਸ ਨੂੰ ਖੁਸ਼ ਕਰਨ ਖਾਤਰ ਉਸ ਦੀ ਪ੍ਰਸ਼ੰਸਾ ਕਰਦਾ ਹੋਇਆ ਕਹਿੰਦਾ ਹੈ ਕਿ ਉਸ ਵਰਗੇ ਫਕੀਰ ਰੱਬ ਨੂੰ ਯਾਦ ਕਰਦੇ ਹਨ। ਠੀਕ ਹੈ, ਯਾਦ ਹੱਕ ਦੀ, ਸਬਰ ਤਸਲੀਮ ਨੇਚਾ, ਵੀ ਤੁਸੀਂ ਨੇਚਾ ਦੇ ਨਾਲ ਰੱਬ ਨੂੰ ਯਾਦ ਕਰਦੇ ਹੋ, ਸਬਰ ਸੰਤੋਖ ਨਾਲ ਰਹਿੰਦੇ ਹਨ ਅਤੇ ਰੱਬ ਨੂੰ ਨਮਸਕਾਰਾਂ ਕਰਦੇ ਹਨ ਅਤੇ ਉਹਨਾਂ ਦੀ ਦੁਨੀਆ ਨਾਲ ਕੋਈ ਸਾਂਝ ਨਹੀਂ ਹੁੰਦੀ। ਠੀਕ ਹੈ, ਤੁਸਾਂ ਜੱਗ ਦੇ ਨਾਲ ਕੀ ਸੀਰਮੀਆਂ, ਵੀ ਤੁਹਾਡੀ ਕੋਈ ਜੱਗ ਦੇ ਨਾਲ ਸਾਂਝ ਨਹੀਂ ਹੁੰਦੀ। ਉਸ ਵਰਗੇ ਫਕੀਰ ਤਾਂ ਦੁਨੀਆ ਦਾ ਆਸਰਾ ਹਨ ਅਤੇ ਸੰਸਾਰਿਕ ਅਤੇ ਧਾਰਮਿਕ ਆਗੂ ਸਭ ਉਹਨਾਂ ਦੇ ਅਧੀਨ ਰਹਿੰਦੇ ਹਨ। ਫਕਰ ਕੁੱਲ ਜਹਾਨ ਦਾ ਆਸਰਾ ਹੈ, ਜਿਹੜੇ ਫਕੀਰ ਹੁੰਦੇ ਆ ਉਹ ਸਾਰੇ ਜਹਾਨ ਦਾ ਆਸਰਾ ਹੁੰਦੇ ਆ ਅਤੇ ਤਾਬਿਆ ਫਕਰ ਦੇ ਪੀਰ ਤੇ ਮੀਰ ਮੀਆਂ, ਅਤੇ ਉਹ ਕਹਿੰਦੇ ਜਿਹੜੇ ਸਾਰੇ ਧਾਰਮਿਕ ਆਗੂ ਆ ਉਸ ਦੇ ਅਧੀਨ ਹੁੰਦੇ ਆ। ਉਸਨੇ ਹੋਰ ਕਿਹਾ ਕਿ ਉਸ ਦੀ ਨਾ ਮਾਂ ਜਿਉਂਦੀ ਹੈ ਅਤੇ ਨਾ ਹੀ ਬਾਪ, ਉਸ ਦਾ ਨਾ ਹੀ ਕੋਈ ਸਾਕ ਸੰਬੰਧੀ, ਚਾਚਾ ਤਾਇਆ, ਵੀਰ ਜਾਂ ਭੈਣ ਵੀ ਨਹੀਂ ਹੈ ਅਤੇ ਉਹ ਦੁਨੀਆ ਦੇ ਝਮੇਲਿਆਂ ਤੋਂ ਬਹੁਤ ਪਰੇਸ਼ਾਨ ਹੈ। ਦੁਨੀਆ ਵਿੱਚ ਹੈਰਾਨ ਹਾਂ ਬਹੁਤ ਹੋਇਆ, ਵੀ ਬਹੁਤ ਪਰੇਸ਼ਾਨ ਹੋਇਆ। ਉਹ ਉਸ ਨੂੰ ਜੋਗ ਬਖਸ਼ੇ ਅਤੇ ਉਸ ਦੇ ਪੈਰਾਂ ਵਿੱਚੋਂ ਸੰਸਾਰਿਕ ਬੰਧਨਾਂ ਦੀ ਜੰਜੀਰ ਲਾਵੇ। ਪੈਰੋਂ ਸਾਡਿਓਂ ਲਾ ਜੰਜੀਰ ਮੀਆਂ, ਠੀਕ ਹੈ, ਵੀ ਜੰਜੀਰ ਜਿਹੜੀ ਸੰਸਾਰਿਕ ਬੰਧਨਾਂ ਦੀ ਉਹ ਉਤਾਰ ਦੇਵੇ। ਉਹ ਉਸ ਨੂੰ ਛੱਡ ਕੇ ਕਿਸੇ ਹੋਰ ਦਾ ਆਸਰਾ ਨਹੀਂ ਤੱਕਦਾ, ਉਸ ਨੂੰ ਤਾਂ ਉਹੀ ਪ੍ਰਗਟ ਰੂਪ ਵਿੱਚ ਪੂਰਾ ਪੀਰ ਦਿਖਾਈ ਦਿੰਦਾ ਹੈ। ਇਸ ਕਰਕੇ ਉਸ ਨੂੰ ਜੋਗ ਬਖਸ਼ ਕੇ ਰੂਹਾਨੀ ਰਾਹ ਉੱਤੇ ਤੋਰੇ। ਠੀਕ ਹੈ, ਨਜ਼ਰ ਆਮਨਾ ਏ ਜ਼ਾਰਾ ਪੀਰ ਮੀਆਂ, ਵੀ ਤੂੰ ਹੀ ਮੈਨੂੰ ਪੀਰ ਨਜ਼ਰ ਆਉਣਾ, ਇਸ ਕਰਕੇ ਤੂੰ ਮੈਨੂੰ ਜੋਗ ਬਖਸ਼। ਅਗਲਾ ਕਾਵਿ ਟੋਟਾ ਦੇਖੋ, ਬਾਲਨਾਥ ਦਾ ਸਵਾਲ। ਜਦੋਂ ਉਹਨੇ ਬਾਲਨਾਥ ਕੋਲ ਜਾ ਕੇ ਬੇਨਤੀ ਕੀਤੀ ਅਤੇ ਉਸ ਤੋਂ ਬਾਅਦ 'ਚ ਫਿਰ ਉਹਨੇ ਵੀ ਉਹਨੂੰ ਸਵਾਲ ਕੀਤਾ। ਨਾਥ ਵੇਖ ਕੇ ਬਹੁਤ ਮਲੂਕ ਚੰਚਲ, ਐਹਲ ਤਬਾ ਤੇ ਸੋਹਣਾ ਸ਼ੈਲ ਮੁੰਡਾ, ਕੋਈ ਹੁਸੰਦੀ ਖਾਨ ਉਸ਼ਨਾਕ ਸੁੰਦਰ ਤੇ ਲਾਡਲਾ ਮਾਂ ਤੇ ਬਾਪ ਸੰਦਾ, ਕਿਸੇ ਦੁੱਖ ਤੋਂ ਰੁੱਸ ਕੇ ਉੱਠ ਆਇਆ, ਇੱਕ ਕਿਸੇ ਦੇ ਨਾਲ ਪੈ ਗਿਆ ਧੰਦਾ, ਨਾਥ ਆਖਦਾ ਦੱਸ ਖਾਂ ਸੱਚ ਮੈਂ ਥੇ, ਤੂੰ ਹੈ ਕਿਹੜੇ ਦੁੱਖ ਫਕੀਰ ਹੁੰਦਾ। ਤਾਂ ਮਲੂਕ ਦੇਖੋ ਕੋਮਲ ਜਿਹਾ, ਨਾਜ਼ੁਕ ਜਣੀ, ਚੰਚਲ ਸ਼ੋਖ, ਉਸ਼ਨਾਕ ਹੁੰਦਾ ਸੁੰਦਰ, ਅਤੇ ਸੰਦਾ ਦਾ ਮਤਲਬ ਦਾ। ਠੀਕ ਹੈ, ਪ੍ਰਸੰਗ ਦੇਖੋ ਇਹਨਾਂ ਲਾਈਨਾਂ ਦਾ। ਇਹ ਕਾਵਿ ਟੋਟਾ ਵਾਰਿਸ ਸ਼ਾਹ ਦੇ ਕਿੱਸੇ ਹੀਰ ਵਿੱਚੋਂ ਲਿਆ ਗਿਆ ਇੱਕ ਅੰਸ਼ ਹੈ, ਜੋ ਕਿ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਬਾਲਨਾਥ ਦਾ ਸਵਾਲ ਸਿਰਲੇਖ ਹੇਠ ਦਰਜ ਹੈ। ਇਸ ਕਾਵਿ ਅੰਸ਼ ਵਿੱਚ ਉਸ ਸਥਿਤੀ ਦਾ ਜ਼ਿਕਰ ਹੈ ਜਦੋਂ ਰਾਂਝਾ ਬਾਲਨਾਥ ਨੂੰ ਜੋਗ ਦੀ ਬਖਸ਼ਿਸ਼ ਕਰਨ ਲਈ ਬੇਨਤੀ ਕਰਦਾ, ਪਰ ਬਾਲਨਾਥ ਉਸ ਦੀ ਸ਼ਕਲ ਸੂਰਤ ਦੇਖ ਕੇ ਪੁੱਛਦਾ ਹੈ ਕਿ ਉਹ ਫਕੀਰ ਕਿਉਂ ਹੋ ਰਿਹਾ ਹੈ। ਤਾਂ ਵਿਆਖਿਆ ਦੇਖੋ ਇਹਨਾਂ ਲਾਈਨਾਂ ਦੀ। ਵਾਰਿਸ ਸ਼ਾਹ ਲਿਖਦਾ ਹੈ ਕਿ ਜਦੋਂ ਬਾਲਨਾਥ ਨੇ ਬਹੁਤ ਹੀ ਨਾਜ਼ੁਕ ਅਤੇ ਸ਼ੋਖ ਰਾਂਝੇ ਨੂੰ ਦੇਖਿਆ, ਜੋ ਕਿ ਮਿੱਠੀ ਤਬੀਅਤ ਦਾ ਸੋਹਣਾ ਜਵਾਨ ਮੁੰਡਾ ਸੀ, ਠੀਕ ਹੈ, ਤਬਾ ਤੇ ਸੋਹਣਾ ਸ਼ੈਲ ਮੁੰਡਾ, ਉਹ ਤਾਂ ਖੂਬਸੂਰਤੀ ਦੀ ਕੋਈ ਖਾਨ ਸੀ ਅਤੇ ਬਹੁਤ ਹੀ ਸੁੰਦਰ ਸੀ, ਕੋਈ ਹੁਸਨ ਦੀ ਖਾਨ ਉਸ਼ਨਾਕ ਸੁੰਦਰ। ਠੀਕ ਹੈ, ਉਹ ਮਾਂ ਪਿਓ ਦਾ ਲਾਡਲਾ ਪੁੱਤਰ ਲੱਗਦਾ ਸੀ। ਬਾਲਨਾਥ ਨੇ ਸਮਝਿਆ ਕਿ ਉਹ ਕਿਸੇ ਦੁੱਖ ਕਾਰਨ ਰੁੱਸ ਕੇ ਘਰ ਛੱਡ ਕੇ ਨਿਕਲ ਪਿਆ ਹੈ, ਜਾਂ ਉਸ ਨੂੰ ਕਿਸੇ ਨਾਲ ਕੋਈ ਕੰਮ ਪੈ ਗਿਆ ਹੈ ਜਿਹੜਾ ਕਿ ਉਹ ਜੋਗੀ ਦਾ ਰੂਪ ਧਾਰ ਕੇ ਪੂਰਾ ਕਰਨਾ ਚਾਹੁੰਦਾ ਹੈ। ਅਤੇ ਫਿਰ ਬਾਲਨਾਥ ਨੇ ਉਸ ਨੂੰ ਪੁੱਛਿਆ ਕਿ ਉਸ ਨੂੰ ਸੱਚ ਸੱਚ ਦੱਸੇ। ਨਾਥ ਆਖਦਾ ਦੱਸ ਖਾਂ ਸੱਚ ਮੈਂ ਥੇ, ਵੀ ਸੱਚੋ ਸੱਚ ਦੱਸ ਤੂੰ ਮੈਨੂੰ ਕਿ ਉਹ ਕਿਹੜੇ ਦੁੱਖ ਕਰਕੇ ਫਕੀਰ ਹੋ ਰਿਹਾ ਹੈ, ਤੂੰ ਕਿਹੜੇ ਦੁੱਖ ਫਕੀਰ ਹੁੰਦਾ, ਵੀ ਕਿਹੜੇ ਦੁੱਖ ਕਰਕੇ ਤੂੰ ਫਕੀਰ ਹੋਇਆ। ਅੱਗੇ ਦੇਖੋ, ਰਾਂਝੇ ਦੀ ਜੋਗ ਲਈ ਬੇਨਤੀ। ਜੋਗੀ ਛੱਡ ਜਹਾਨ ਫਕੀਰ ਹੋਏ, ਇਸ ਜੱਗ ਵਿੱਚ ਬਹੁਤ ਖਵਾਰੀਆਂ ਨੇ, ਲੈਣ ਦੇਣ ਤੇ ਦਗਾ ਨਿਆਉ ਕਰਨਾ, ਲੁੱਟ ਖੁੱਟ ਤੇ ਚੋਰੀਆਂ ਯਾਰੀਆਂ ਨੇ। ਉਹ ਪੁਰਖ ਨਿਰਵਾਣ ਪਦ ਜਾਏ ਪਹੁੰਚੇ, ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ। ਜੋਗ ਦਿਓ ਤੇ ਕਰੋ ਨਿਹਾਲ ਮੈਨੂੰ, ਕਈਆਂ ਜੀਓ ਤੇ ਘੁੰਡੀਆਂ ਚਾੜੀਆਂ ਨੇ। ਇਸ ਜੱਟ ਗਰੀਬ ਨੂੰ ਤਾਰ ਉਵੇਂ, ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ। ਵਾਰਿਸ ਸ਼ਾਹ ਮੀਆਂ ਰੱਬ ਸ਼ਰਮ ਰੱਖੇ, ਜੱਗ ਵਿੱਚ ਮੁਸੀਬਤਾਂ ਭਾਰੀਆਂ ਨੇ। ਖਵਾਰੀਆਂ ਦਾ ਮਤਲਬ ਦੇਖੋ ਖਰਾਬੀਆਂ, ਅਤੇ ਦਗਾ ਧੋਖਾ। ਨਿਰਵਾਣ ਪਦ ਮੁਕਤੀ ਦੀ ਅਵਸਥਾ। ਪੰਜੇ ਹੀ ਇੰਦਰੀਆਂ, ਪੰਜ ਇੰਦਰੀਆਂ ਦੇਖੋ ਦੇਖਣ, ਸੁੰਘਣ, ਛੋਹਣ, ਸੁਣਨ ਅਤੇ ਚੱਖਣ ਦੀ ਸ਼ਕਤੀ। ਨਿਹਾਲ ਹੁੰਦਾ ਖੁਸ਼, ਕੁੰਡੀਆਂ ਗੰਢਾਂ। ਅਤੇ ਪ੍ਰਸੰਗ ਤਾਂ ਦੇਖੋ ਇਹਨਾਂ ਲਾਈਨਾਂ ਦਾ ਉਵੇਂ ਹੀ ਹੋਵੇਗਾ ਜਿਵੇਂ ਆਪਾਂ ਪਹਿਲਾਂ ਪੜ੍ਹਿਆ, ਬਸ ਇਹਨਾਂ ਸਤਰਾਂ ਦੇ ਵਿੱਚ ਰਾਂਝਾ ਸੰਸਾਰਿਕ ਜੀਵਨ ਨੂੰ ਖਰਾਬੀਆਂ ਅਤੇ ਮੁਸੀਬਤਾਂ ਭਰਿਆ ਦੱਸ ਕੇ ਇਸ ਦੇ ਤਿਆਗ ਨੂੰ ਦ੍ਰਿੜ ਕਰਦਾ ਹੋਇਆ ਬਾਲਨਾਥ ਤੋਂ ਜੋਗ ਦੀ ਮੰਗ ਕਰਦਾ। ਤਾਂ ਵਿਆਖਿਆ ਦੇਖੋ ਇਹਨਾਂ ਲਾਈਨਾਂ ਦੀ। ਰਾਂਝਾ ਬਾਲਨਾਥ ਨੂੰ ਕਹਿੰਦਾ ਹੈ ਕਿ ਜੋਗੀ ਸੰਸਾਰ ਨੂੰ ਛੱਡ ਕੇ ਇਸ ਕਰਕੇ ਫਕੀਰ ਹੋ ਜਾਂਦਾ ਹੈ ਕਿਉਂਕਿ ਇਸ ਸੰਸਾਰ ਦਾ ਜੀਵਨ ਬਹੁਤ ਹੀ ਖਰਾਬੀਆਂ ਨਾਲ ਭਰਿਆ ਹੋਇਆ ਹੈ, ਕਿ ਜੋਗੀ ਛੱਡ ਜਹਾਨ ਫਕੀਰ ਹੋਏ, ਵੀ ਤਾਂ ਕਰਕੇ ਉਹ ਫਕੀਰ ਹੋ ਜਾਂਦੇ ਆ। ਇਸ ਸੰਸਾਰ ਵਿੱਚ ਰਹਿਣ ਵਾਲੇ ਨੂੰ ਲੈਣ ਦੇਣ, ਧੋਖਾ, ਨਿਆਂ, ਲੁੱਟ ਖਸੁੱਟ ਤੇ ਚੋਰੀਆਂ ਆਦਿ ਬੁਰਾਈਆਂ ਦਾ ਆਸਰਾ ਲੈਣਾ ਪੈਂਦਾ। ਜਿਹੜੇ ਲੋਕ ਜੋਗ ਧਾਰਨ ਕਰਕੇ ਆਪਣੀਆਂ ਪੰਜਾਂ ਹੀ ਗਿਆਨ ਇੰਦਰੀਆਂ ਨੂੰ ਮਾਰ ਕੇ ਸੰਸਾਰਕ ਪਦਾਰਥਾਂ ਦਾ ਤਿਆਗ ਕਰ ਦਿੰਦੇ ਹਨ,
ਉਹ ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ਇਸ ਪ੍ਰਕਾਰ ਦੁਨੀਆ ਤੋਂ ਨਿਰਾਸ਼ ਹੋ ਕੇ ਉਹ ਉਸ ਕੋਲ ਜੋਗ ਲੈਣ ਲਈ ਆਇਆ ਹੈ। ਠੀਕ ਹੈ, ਉਹ ਕਹਿੰਦਾ ਵੀ ਉਹ ਪੁਰਖ ਨਿਰਵਾਣ ਪਦ ਜਾਏ ਪਹੁੰਚੇ ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ, ਵੀ ਜਾਣੀ ਪੰਜਾਂ ਇੰਦਰੀਆਂ ਨੂੰ ਜਿਨ੍ਹਾਂ ਨੇ ਮਾਰ ਲਿਆ ਉਹੀ ਨਿਰਵਾਣ ਦੇ ਪਦ ਦੇ ਉੱਤੇ ਚੱਲੇ ਆ। ਤਾਂ ਕੀ ਕਹਿੰਦਾ ਰਾਂਝਾ ਦੇਖੋ, ਉਹ ਕਹਿੰਦਾ ਹੈ ਕਿ ਇਸ ਪ੍ਰਕਾਰ ਦੁਨੀਆ ਤੋਂ ਨਿਰਾਸ਼ ਹੋ ਕੇ ਉਸ ਕੋਲ ਜੋਗ ਲੈਣ ਲਈ ਆਇਆ ਹੈ ਅਤੇ ਇਸ ਕਰਕੇ ਉਸ ਨੂੰ ਜੋਗ ਦੇ ਕੇ ਖੁਸ਼ ਕਰੇ ਅਤੇ ਉਸ ਦੇ ਮਨ ਵਿੱਚ ਉਸ ਦੇ ਬਾਰੇ ਜੋ ਭਰਮ ਭੁਲੇਖੇ ਅਤੇ ਗੁੰਝਲਾਂ ਹਨ ਉਹਨਾਂ ਨੂੰ ਦੂਰ ਕਰਕੇ ਇਸ ਗਰੀਬ ਜੱਟ ਨੂੰ ਇਸੇ ਤਰ੍ਹਾਂ ਹੀ ਪਾਰ ਲਾਵੇ ਜਿਸ ਤਰ੍ਹਾਂ ਉਸਨੇ ਪਹਿਲਾਂ ਆਪਣੀ ਸ਼ਰਨ ਵਿੱਚ ਆਈਆਂ ਹੋਈਆਂ ਬਾਕੀ ਸੰਗਤਾਂ ਨੂੰ ਲਾਇਆ। ਅਤੇ ਅਖੀਰ ਫਿਰ ਉਸਨੇ ਕਿਹਾ ਕਿ ਇਸ ਸੰਸਾਰ ਵਿੱਚ ਬਹੁਤ ਮੁਸੀਬਤਾਂ ਹਨ, ਵਾਰਿਸ ਸ਼ਾਹ ਮੀਆਂ ਰੱਬ ਸ਼ਰਮ ਰੱਖੇ ਜੱਗ ਵਿੱਚ ਮੁਸੀਬਤਾਂ ਭਾਰੀਆਂ ਨੇ। ਕਹਿੰਦਾ ਵੀ ਬਹੁਤ ਹੀ ਜ਼ਿਆਦਾ ਮੁਸੀਬਤਾਂ ਨੇ, ਇਹਨਾਂ ਤੋਂ ਜਿਹੜਾ ਰੱਬ ਹੈ ਉਹ ਬੰਦੇ ਦੀ ਇੱਜ਼ਤ ਬਚਾ ਸਕਦਾ ਹੈ। ਇਸ ਕਰਕੇ ਉਸ ਨੂੰ ਜੋਗ ਦੀ ਬਖਸ਼ਿਸ਼ ਕਰੇ ਤਾਂ ਜੋ ਆਪਣੇ ਆਪ ਉੱਤੇ ਸਵੈ ਲਾਗੂ ਕਰਦਾ ਹੋਇਆ ਰੱਬ ਦੀ ਮਿਹਰ ਦਾ ਪਾਤਰ ਬਣ ਸਕੇ। ਅਗਲਾ ਕਾਵਿ ਟੋਟਾ ਦੇਖੋ, ਬਾਲਨਾਥ ਦਾ ਰਾਂਝੇ ਨੂੰ ਸਮਝਾਉਣਾ। ਮਹਾਦੇਵ ਥੋਂ ਜੋਗ ਦਾ ਪੰਥ ਬਣਿਆ, ਖਰੀ ਕਠਨ ਹੈ ਜੋਗ ਮੁਹਿੰਮ ਮੀਆਂ, ਕੌੜਾ ਬਕਵਕਾ ਸਵਾਦ ਹੈ ਜੋਗ ਸੰਦਾ, जेही घोल के पीवना निम मियाँ, जहाँ सुन्न समाध की मंडली है अते झूठना है रिम झिम मियाँ, तहाँ भस्म लगा के भस्म होना पेश जाए ना गर्भ ते डिम मियाँ। ਤਾਂ ਮਹਾਦੇਵ ਦੇਖੋ ਕਿਹਨੂੰ ਕਿਹਾ ਗਿਆ, ਸ਼ਿਵ ਜੀ ਭਗਵਾਨ ਨੂੰ ਮਹਾਦੇਵ। ਪੰਥ ਹੁੰਦਾ ਮਾਰਗ ਰਸਤਾ, ਭਸਮ ਸਵਾਹ, ਗਰਭ ਤੇ ਡਿਮ, ਹਉਮੈ ਤੇ ਹੰਕਾਰ। ਤਾਂ ਵਿਆਖਿਆ ਦੇਖੋ ਇਹਨਾਂ ਲਾਈਨਾਂ ਦੀ। ਬਾਲਨਾਥ ਰਾਂਝੇ ਨੂੰ ਦੱਸਦਾ ਹੈ ਕਿ ਜੋਗ ਪੰਥ ਦਾ ਆਰੰਭ ਸ਼ਿਵ ਜੀ ਤੋਂ ਹੋਇਆ ਹੈ ਅਤੇ ਜੋਗ ਦੇ ਰਾਹ ਉੱਤੇ ਤੁਰਨਾ ਬਹੁਤ ਹੀ ਮੁਸ਼ਕਿਲ ਹੈ। ਖਰੀ ਕਠਨ ਹੈ ਜੋਗ ਮੁਹਿੰਮੀਆਂ, ਵੀ ਬਹੁਤ ਹੀ ਜ਼ਿਆਦਾ ਕਠਨ ਮੁਹਿੰਮ ਹੈ ਇਹ, ਬਹੁਤ ਮੁਸ਼ਕਿਲ ਰਸਤਾ ਹੈ। ਇਸ ਦਾ ਸਵਾਦ ਹੈ ਜਿਹੜਾ ਉਹ ਬੜਾ ਬਕਬਕਾ ਅਤੇ ਕੌੜਾ ਹੈ, ਸਗੋਂ ਇਸ ਤਰ੍ਹਾਂ ਕਹਿਣਾ ਚਾਹੀਦਾ ਕਿ ਜਿਵੇਂ ਕੌੜੀ ਨਿੰਮ ਘੋਲ ਕੇ ਪੀਣ ਦੇ ਬਰਾਬਰ ਹੈ। ਇਸ ਵਿੱਚ ਜਿੱਥੇ ਸੁੰਨ ਸਮਾਧ ਦੀ ਮੰਡਲੀ ਹੈ, ਜੋਗੀ ਉੱਥੇ ਧਿਆਨ ਲਾ ਕੇ ਮਸਤੀ ਦੀ ਰਿਮਝਿਮ ਦੇ ਝੂਟੇ ਲੈਂਦਾ ਹੈ ਅਤੇ ਆਪਣੇ ਪਿੰਡੇ ਉੱਤੇ ਸਵਾਹ ਮਲ ਕੇ ਆਪਣੀਆਂ ਖੁਆਇਸ਼ਾਂ ਨੂੰ ਭਸਮ ਕਰ ਦਿੰਦਾ ਹੈ। ਠੀਕ ਹੈ, ਆਪਦੀਆਂ ਸਾਰੀਆਂ ਖੁਆਇਸ਼ਾਂ ਜਿਹੜੀਆਂ ਉਹਨਾਂ ਨੂੰ ਖਤਮ ਕਰ ਦਿੰਦਾ ਭਸਮ ਮਲ ਕੇ ਆਪਦੇ ਉੱਤੇ, ਤਾਹਾਂ ਭਸਮ ਲਗਾਏ ਕੇ ਭਸਮ ਹੋਣਾ। ਠੀਕ ਹੈ, ਖਤਮ ਕਰ ਦਿੰਦਾ ਸਵਾਹ ਮਲ ਕੇ ਆਪਦੇ ਉੱਤੇ। ਅਤੇ ਜੋਗੀ ਦੇ ਜੀਵਨ ਵਿੱਚ ਹਉਮੈ ਅਤੇ ਹੰਕਾਰ ਦੀ ਪੇਸ਼ ਨਹੀਂ ਚੱਲਦੀ, ਪੇਸ਼ ਜਾਏ ਨਹੀਂ ਗਰਭ ਤੇ ਡਿਮ ਮੀਆਂ। ਗਰਭ ਤੇ ਡਿਮ ਤੁਹਾਨੂੰ ਦੱਸਿਆ ਵੀ ਹਉਮੈ ਅਤੇ ਹੰਕਾਰ, ਉਹਦੀ ਪੇਸ਼ ਨਹੀਂ ਚੱਲਦੀ, ਸਗੋਂ ਉਸਨੂੰ ਨਿਰਮਾਣ ਰਹਿ ਕੇ ਆਪਣਾ ਜੀਵਨ ਗੁਜ਼ਾਰਨਾ ਚਾਹੀਦਾ ਹੈ। ਰਾਂਝੇ ਦਾ ਉੱਤਰ ਬਾਲਨਾਥ ਨੂੰ ਦੇਖੋ, ਇਹਦੇ ਵਿੱਚ ਸਾਰੇ ਰਾਂਝੇ ਦਾ ਅਤੇ ਬਾਲਨਾਥ ਦੇ ਸਵਾਲ ਜਵਾਬ ਹੀ ਹੈ ਜ਼ਿਆਦਾ। ਠੀਕ ਹੈ, ਅਤੇ ਹੁਣ ਰਾਂਝੇ ਦਾ ਉੱਤਰ ਆ ਗਿਆ ਬਾਲਨਾਥ ਨੂੰ। ਦੇਖੋ, ਤੁਸਾਂ ਬਖਸ਼ਣਾ ਜੋਗ ਤਾਂ ਕਰੋ ਕਿਰਪਾ, ਦਾਨ ਕਰਦਿਆਂ ਢਿੱਲ ਨਾ ਲੋੜੀਏ ਜੀ, ਜਿਹੜਾ ਆਸ ਕਰਕੇ ਡਿੱਗੇ ਆਨ ਦੁਆਰੇ, ਜਿਉ ਉਸ ਦਾ ਚਾਏ ਨਾ ਤੋੜੀਏ ਜੀ, ਸਿਦਕ ਬੰਨ੍ਹ ਕੇ ਜਿਹੜਾ ਚਰਨ ਲਾਗੇ, ਪਾਰ ਲਾਈਏ ਵਿੱਚ ਨਾ ਬੋੜੀਏ ਜੀ, ਵਾਰਿਸ ਸ਼ਾਹ ਮੀਆਂ ਜੈਂਦਾ ਕੋਈ ਨਹੀਂ, ਮਿਹਰ ਉਸ ਥੋਂ ਨਾਹੀਂ ਵਿਛੋੜੀਏ ਜੀ। ਤਾਂ ਵਿਆਖਿਆ ਦੇਖੋ ਇਹਨਾਂ ਲਾਈਨਾਂ ਦੀ। ਕੀ ਕਹਿੰਦਾ ਵਾਰਿਸ ਸ਼ਾਹ, ਵਾਰਿਸ ਸ਼ਾਹ ਕਹਿੰਦਾ ਹੈ ਕਿ ਰਾਂਝੇ ਨੇ ਬਾਲਨਾਥ ਨੂੰ ਬੇਨਤੀ ਕੀਤੀ ਕਿ ਜੇ ਉਸਨੇ ਉਸਨੂੰ ਜੋਗ ਦੇਣਾ ਹੀ ਹੈ ਤਾਂ ਉਹ ਉਸ ਉੱਤੇ ਕਿਰਪਾ ਕਰਕੇ ਉਸਨੂੰ ਦੇ ਦੇਵੇ, ਕਿਉਂਕਿ ਦਾਨ ਕਰਨ ਸਮੇਂ ਦੇਰੀ ਨਹੀਂ ਕਰਨੀ ਚਾਹੀਦੀ, ਦਾਨ ਕਰਦਿਆਂ ਢਿੱਲ ਨਾ ਲੋੜੀਏ ਜੀ। ਅਤੇ ਜਿਹੜਾ ਪੂਰੀ ਤਰ੍ਹਾਂ ਨਿਸ਼ਚਾ ਧਾਰ ਕੇ ਗੁਰੂ ਦੀ ਚਰਨੀ ਆ ਲੱਗੇ, ਠੀਕ ਹੈ, ਅਤੇ ਉਸ ਦਾ ਦਿਲ ਨਹੀਂ ਤੋੜਨਾ ਚਾਹੀਦਾ, ਉਸ ਨੂੰ ਤਾਰ ਦੇਣਾ ਚਾਹੀਦਾ ਹੈ। ਅਤੇ ਫਿਰ ਰਾਂਝੇ ਨੇ ਫਿਰ ਬਾਲਨਾਥ ਨੂੰ ਕਿਹਾ, ਦੇਖੋ ਉਹ ਕਹਿੰਦਾ ਵੀ ਜੇਕਰ ਉਸਨੇ ਉਸਨੂੰ ਜੋਗ ਬਖਸ਼ਣਾ ਹੀ ਹੈ ਤਾਂ ਉਹ ਇਸ ਕਿਰਪਾ ਲਈ ਦੇਰ ਨਾ ਕਰੇ ਅਤੇ ਨਿਸ਼ਚਾ ਧਾਰ ਕੇ ਉਸਦੀ ਚਰਨੀ ਆ ਲਗਾ, ਸਿਦਕ ਬੰਨ੍ਹ ਕੇ ਜਿਹੜਾ ਚਰਨ ਲੱਗੇ, ਵੀ ਮੈਂ ਤੁਹਾਡੇ ਸਿਦਕ ਕਰਕੇ ਨਿਸ਼ਚਾ ਕਰਕੇ ਮੈਂ ਤੁਹਾਡੇ ਚਰਨੀ ਆ ਲੱਗਾ ਹਾਂ, ਇਸ ਕਰਕੇ ਉਸ ਦਾ ਦਿਲ ਨਾ ਤੋੜੇ ਅਤੇ ਉਸ ਨੂੰ ਮਿਹਰ ਕਰਕੇ ਜੋਗ ਬਖਸ਼ ਦੇਵੇ। ਅਤੇ ਵਾਰਿਸ ਸ਼ਾਹ ਮੀਆਂ ਜਿੰਦਾ ਕੋਈ ਨਹੀਂ, ਠੀਕ ਹੈ, ਉਹ ਫਿਰ ਵਾਰਿਸ ਸ਼ਾਹ ਕੀ ਕਹਿੰਦਾ ਵੀ ਜਿਹੜੇ ਬੰਦੇ ਦਾ ਦੁਨੀਆ ਦੇ ਵਿੱਚ ਕੋਈ ਨਹੀਂ ਹੁੰਦਾ ਅਤੇ ਉਸ ਉੱਤੇ ਮਿਹਰ ਦਾ ਤਿਆਗ ਨਹੀਂ ਕਰਨਾ ਚਾਹੀਦਾ, ਮਿਹਰ ਉਸ ਤੋਂ ਨਾ ਹੈ ਵਿਛੋੜੀਏ ਜੀ। ਅਤੇ ਇਸ ਕਰਕੇ ਉਦੋਂ ਮਿਹਰ ਨਹੀਂ ਵਿਛੋੜਨੀ ਚਾਹੀਦੀ, ਮਿਹਰ ਦਾ ਤਿਆਗ ਉਸ ਉੱਤੇ ਨਹੀਂ ਕਰਨਾ ਚਾਹੀਦਾ। ਅੱਗੇ ਆ ਗਿਆ ਦੇਖੋ ਰਾਂਝੇ ਦਾ ਜੋਗ ਲੈਣਾ। ਬਾਲਨਾਥ ਦੇ ਸਾਹਮਣੇ ਸੱਦਤੀ ਦੋ, ਜੋਗ ਦੇਣ ਨੂੰ ਪਾਸ ਬਹਾ ਲਿਆ ਸੋ, ਰੋੜ ਭੋੜ ਹੋਇਆ ਸਵਾਹ ਮਲੀ ਮੂੰਹ ਤੇ, ਸਭੋ ਕੋੜਮੇ ਦਾ ਨਾਉ ਗਾ ਲਿਆ ਸੋ, ਕੰਨ ਪਾੜ ਕੇ ਝਾੜ ਕੇ ਹਿਰਸ ਹਸਰਤ, ਇੱਕ ਪਲਕ ਵਿੱਚ ਮੁੰਨ ਵਿਖਾ ਲਿਆ ਸੋ, ਜਿਹਾ ਪੁੱਤਰਾਂ ਤੇ ਮਾਪੇ ਮਿਹਰ ਕਰਦੇ, ਜਾਪੇ ਦੁੱਧ ਪਿਵਾਏ ਕੇ ਪਾਲਿਆ ਸੋ, ਸਵਾਹ ਅੰਗ ਰਮਾਏ ਸਿਰ ਮੁੰਨ ਅੱਖੀ, ਪਾਏ ਮੁੰਦਰਾਂ ਚਾ ਨਵਾ ਲਿਆ ਸੋ, ਖਬਰਾਂ ਕੁੱਲ ਜਹਾਨ ਵਿੱਚ ਖਿੰਡ ਗਈਆਂ, ਰਾਂਝਾ ਜੋਗੀ ਆੜਾ ਸਾਜ ਵਿਖਾ ਲਿਆ ਸੋ, ਵਾਰਿਸ ਸ਼ਾਹ ਮੀਆਂ ਸੁਨਿਆਰ ਵਾਂਗੂ, ਜੱਟ ਫੇਰ ਮੁੜ ਭੰਨ ਕੇ ਗਾ ਲਿਆ ਸੋ।
ਤੇ ਰੋਡਪੋਟ ਦੇਖੋ ਕੀ ਹੁੰਦਾ, ਸਿਰ ਦੇ ਵਾਲ ਮੁੰਨ ਕੇ ਟਿੰਡ ਕੱਢਦੇ ਨਹੀਂ। ਠੀਕ ਹੈ। ਸੱਭੋ ਕੋੜਵੇਂ ਖਾਨਦਾਨ, ਹਿਰਸ ਹਸਰਤ ਦਾ ਮਤਲਬ ਲਾਲਚ ਤੇ ਖਾਸ਼ਾਂ, ਸਵਾਹ ਅੰਗ ਰਮਾਏ ਅੰਗਾਂ ਉੱਤੇ ਸਵਾਹ ਮਲ ਕੇ। ਹਾਂਜੀ, ਵਿਆਖਿਆ ਦੇਖੋ ਇਹਨਾਂ ਲਾਈਨਾਂ ਦੀ। ਬਾਲਨਾਥ ਨੇ ਧੀਦੋ ਰਾਂਝੇ ਨੂੰ ਸੱਦ ਕੇ ਜੋਗ ਦੇਣ ਲਈ ਆਪਣੇ ਸਾਹਮਣੇ ਬਿਠਾ ਲਿਆ। ਠੀਕ ਹੈ। ਬਾਲਨਾਥ ਨੇ ਸਾਹਮਣੇ ਸੱਦ ਧੀਦੋ ਵੀ ਉਹਨੂੰ ਸੱਦ ਲਿਆ ਤੇ ਆਪਦੇ ਸਾਹਮਣੇ ਬਿਠਾ ਲਿਆ ਤੇ ਰਾਂਝੇ ਦੇ ਵਾਲ ਮੁੰਨ ਕੇ ਉਸਨੂੰ ਰੋਡਾ ਪੋਡਾ ਕਰ ਦਿੱਤਾ ਤੇ ਉਸਦੇ ਮੂੰਹ ਉੱਤੇ ਸਵਾਹ ਮਲ ਦਿੱਤੀ। ਇਸ ਪ੍ਰਕਾਰ ਜੋਗੀ ਬਣ ਕੇ ਉਸਨੇ ਆਪਣੇ ਸਾਰੇ ਖਾਨਦਾਨ ਦਾ ਨਾਂ ਗਾਲ ਦਿੱਤਾ। ਬਾਲਨਾਥ ਨੇ ਉਸਦੇ ਕੰਨ ਪਾੜੇ ਤੇ ਉਸਦੇ ਮਨ ਵਿੱਚੋਂ ਸਾਰਾ ਲਾਲਚ ਤੇ ਝੋਰਾ ਝਾੜ ਦਿੱਤਾ। ਠੀਕ ਹੈ। ਕੰਨ ਪਾੜ ਕੇ ਝਾੜ ਕੇ ਹਿਰਸ ਹਸਰਤ, ਸਾਰੀ ਹਿਰਸ ਹਸਰਤ ਸੀ ਜਿਹੜੀ ਉਹਦੇ ਝਾੜ ਦਿੱਤੀ ਉਹਦੇ ਅੰਦਰੋਂ। ਠੀਕ ਹੈ। ਲਾਲਚ ਤੇ ਝੋਰਾ। ਬਾਲਨਾਥ ਨੇ ਉਸ ਨੂੰ ਇਸ ਤਰ੍ਹਾਂ ਨਵਾਂ ਰੂਪ ਦੇ ਦਿੱਤਾ ਜਿਵੇਂ ਬਾਪ ਪੁੱਤਰਾਂ ਉੱਪਰ ਮਿਹਰ ਕਰਦੇ ਹਨ, ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਬਾਲਨਾਥ ਨੇ ਉਸ ਨੂੰ ਦੁੱਧ ਪਿਲਾ ਕੇ ਪਾਲਿਆ ਹੋਵੇ। ਠੀਕ ਹੈ। ਜਾਪੇ ਦੁੱਧ ਪਿਵਾਏ ਕੇ ਪਾਲਿਆ ਸੋਏ, ਦੁੱਧ ਪਿਲਾ ਕੇ ਪਾਲਿਆ ਹੋਵੇ ਆਪ। ਬਾਲਨਾਥ ਨੇ ਆਪਣੇ ਸਾਹਮਣੇ ਉਸਦਾ ਸਿਰ ਮੁੰਨਿਆ ਤੇ ਫਿਰ ਨਹਾ ਕੇ ਅੰਗਾਂ ਉੱਤੇ ਸਵਾਹ ਮਲ ਦਿੱਤੀ। ਸਵਾਹ ਅੰਗ ਰਮਾਏ ਸਿਰ ਮੁੰਨ ਅੱਖੀਂ, ਅੱਖਾਂ ਦੇ ਸਾਹਮਣੇ ਪਾਏ ਮੁੰਦਰਾਂ ਚਾ ਨਵਾ ਲਿਆ ਸੋ। ਠੀਕ ਹੈ। ਫਿਰ ਉਹਦੇ ਮੁੰਦਰਾਂ ਪਾ ਦਿੱਤੀਆਂ ਕੰਨ 'ਚ ਨਵਾ ਧਵਾ ਕੇ। ਤੇ ਇਹ ਗੱਲ ਸਾਰੇ ਸੰਸਾਰ ਵਿੱਚ ਧੁੰਮ ਗਈ ਕਿ ਰਾਂਝੇ ਨੇ ਜੋਗੀ ਦਾ ਰੂਪ ਧਾਰ ਲਿਆ ਹੈ। ਖਬਰਾਂ ਕੁੱਲ ਜਹਾਨ ਵਿੱਚ ਖਿੰਡ ਗਈਆਂ। ਠੀਕ ਹੈ। ਸਾਰੇ ਜਹਾਨ ਦੇ ਵਿੱਚ ਸਾਰੀ ਇਹ ਖਬਰ ਖਿੰਡ ਗਈ। ਕਵੀ ਕਹਿੰਦਾ ਹੈ ਕਿ ਬਾਲਨਾਥ ਨੇ ਰਾਂਝੇ ਨੂੰ ਇਸ ਤਰ੍ਹਾਂ ਨਵਾਂ ਰੂਪ ਦੇ ਦਿੱਤਾ ਜਿਸ ਤਰ੍ਹਾਂ ਸੁਨਿਆਰਾ ਗਹਿਣੇ ਨੂੰ ਭੰਨ ਕੇ ਮੁੜ ਭੱਠੀ ਵਿੱਚ ਗਾਲਦਾ ਤੇ ਨਵਾਂ ਰੂਪ ਦਿੰਦਾ ਹੈ। ਜੱਟ ਫੇਰ ਮੁੜ ਭੰਨ ਕੇ ਗਾਲਿਆ, ਸੁਨਿਆਰਾ ਜਿਹੜਾ ਉਹ ਗਹਿਣੇ ਨੂੰ ਭੰਨ ਕੇ ਮੁੜ ਭੱਠੀ ਦੇ ਵਿੱਚ ਗਾਲਦਾ ਹੈ, ਇਸ ਤਰ੍ਹਾਂ ਲੱਗ ਰਿਹਾ ਸੀ। ਕੇਂਦਰੀ ਭਾਵ ਵੀ ਆ ਜਾਂਦਾ ਕਈ ਵਾਰ ਇਹੋ ਜਿਹੀ ਕਵਿਤਾ ਦਾ, ਰਾਂਝੇ ਦਾ ਜੋਗ ਲੈਣਾ। ਤਾਂ ਦੇਖੋ ਕਿਵੇਂ ਬਣਦਾ ਇਹਦਾ ਕੇਂਦਰੀ ਭਾਵ ਵੀ ਬਾਲਨਾਥ ਨੇ ਰਾਂਝੇ ਨੂੰ ਸਾਹਮਣੇ ਬਿਠਾ ਕੇ ਰੋਡਾ ਪੋਡਾ ਕਰ ਦਿੱਤਾ ਤੇ ਪਿੰਡੇ ਉੱਤੇ ਸਵਾਹ ਮਲ ਦਿੱਤੀ। ਉਸ ਦੇ ਕੰਨ ਪਾੜ ਕੇ ਮੁੰਦਰਾਂ ਪਾ ਦਿੱਤੀਆਂ ਤੇ ਇਸ ਤਰ੍ਹਾਂ ਉਸ ਨੂੰ ਜੋਗੀ ਦਾ ਰੂਪ ਦੇ ਦਿੱਤਾ। ਜੋਗ ਦੇਣ ਤੋਂ ਬਾਅਦ ਦੇਖੋ ਬਾਲਨਾਥ ਵੱਲੋਂ ਰਾਂਝੇ ਨੂੰ ਨਸੀਹਤ ਦਿੱਤੀ। ਦੀਖਣਾ ਰੱਬ ਦੀ ਯਾਦ ਰੱਖੀ, ਗੁਰੂ ਜੋਗ ਦੇ ਭੇਤ ਨੂੰ ਪਾਈਏ ਜੀ। ਨਹਾਏ ਧੋ ਕੇ ਖੂਬ ਵਿਭੂਤ ਮਲੀਏ, ਚਾਹੇ ਕਿਸ ਵਿਧ ਅੰਗ ਵਟਾਈਏ ਜੀ। ਸਿੰਘੀ ਫੌੜੀ ਖੱਪਰੀ ਹੱਥ ਲੈ ਕੇ ਪਹਿਲਾਂ ਰੱਬ ਦਾ ਨਾਉ ਧਿਆਈਏ ਜੀ। ਨਗਰ ਅਲਖ ਜਗਾ ਕੇ ਜਾਏ ਵੜੀਏ, ਪਾਪ ਜਾਨ ਦੇ ਨਾਦ ਵਜਾਈਏ ਜੀ। ਤੇ ਰਾਂਝੇ ਨੂੰ ਜੋਗ ਦੇਣ ਮਗਰੋਂ ਬਾਲਨਾਥ ਨੇ ਉਸਨੂੰ ਉਪਦੇਸ਼ ਦਿੱਤਾ ਤੇ ਰੱਬ ਨੂੰ ਯਾਦ ਕਰਨ ਦਾ ਢੰਗ ਦੱਸਿਆ। ਤੇ ਕੀ ਦੱਸਿਆ ਉਸਨੇ ਦੇਖੋ, ਉਸਨੇ ਉਸਨੂੰ ਕਿਹਾ ਕਿ ਉਸਨੂੰ ਗੁਰੂ ਤੇ ਜੋਗ ਦਾ ਸਾਰਾ ਭੇਤ ਪਾ ਲੈਣਾ ਚਾਹੀਦਾ ਹੈ ਤੇ ਉਸਨੂੰ ਹਰ ਰੋਜ਼ ਨਹਾ ਧੋ ਕੇ ਪਿੰਡੇ ਉੱਤੇ ਸਵਾਹ ਮਲਣੀ ਚਾਹੀਦੀ ਹੈ। ਨਹਾਏ ਧੋਏ ਕੇ ਖੂਬ ਵਿਭੂਤ ਮਲੀਏ। ਠੀਕ ਹੈ। ਵਿਭੂਤ ਜਾਣੀ ਸਵਾਹ ਮਲ ਲੈਣੀ ਚਾਹੀਦੀ ਹੈ ਤੇ ਹਰ ਪ੍ਰਕਾਰ ਦੀ ਚਾਹ ਤੇ ਸ਼ੌਕ ਨੂੰ ਦੂਰ ਕਰ ਦੇਣਾ ਚਾਹੀਦਾ ਹੈ। ਚਾਹੇ ਕਿਸੇ ਵਿਧ ਅੰਗ ਵਟਾਈਏ ਜੀ। ਠੀਕ ਹੈ। ਚਾਹ ਨੂੰ, ਹਰ ਵਿਧੀ ਨੂੰ, ਹਰ ਸ਼ੌਕ ਨੂੰ ਦੂਰ ਕਰ ਦੇਣਾ ਚਾਹੀਦਾ। ਉਸ ਨੂੰ ਸਿੰਘੀ ਫੌੜੀ ਤੇ ਖੱਪਰੀ ਹੱਥ ਵਿੱਚ ਲੈ ਕੇ ਸਭ ਤੋਂ ਪਹਿਲਾਂ ਰੱਬ ਦਾ ਨਾਂ ਧਿਆਉਣਾ ਚਾਹੀਦਾ ਤੇ ਫਿਰ ਅਲਖ ਜਗਾ ਕੇ ਨਗਰ ਵਿੱਚ ਪ੍ਰਵੇਸ਼ ਕਰਨਾ ਚਾਹੀਦਾ। ਉੱਥੇ ਜਦੋਂ ਜੋਗੀ ਨਾਦ ਵਜਾਉਂਦਾ ਹੈ ਤਾਂ ਸਾਰੇ ਪਾਪ ਦੂਰ ਹੋ ਜਾਂਦੇ ਹਨ। ਪਾਪ ਜਾਨ ਦੇ ਨਾਦ ਵਜਾਈਏ ਜੀ। ਜੇ ਨਾਦ ਵਜਾ ਦਿੰਦੇ ਆ ਤਾਂ ਸਾਰੇ ਪਾਪ ਦੂਰ ਹੋ ਜਾਂਦੇ ਆ। ਸੁਖੀ ਦਵਾਰ ਵਸੇ ਜੋਗੀ ਭੀਖ ਮੰਗੇ, ਦੇਣੀ ਦੁਆਈ ਅਸੀਸ ਸੁਣਾਈਏ ਜੀ। ਇਸੀ ਭਾਂਤ ਸੇ ਨਗਰ ਦੀ ਭੀਖ ਲੈ ਕੇ ਮਸਤ ਲਟਕਦੇ ਦੁਆਰ ਕੋ ਆਈਏ ਜੀ। ਵੱਡੀ ਮਾਂ ਹੀ ਜਾਣ ਕੇ ਕਰੋ ਨੇਚਾ, ਛੋਟੀ ਭੈਣ ਮਿਸਾਲ ਕਰਾਈਏ ਜੀ। ਵਾਰਿਸ ਸ਼ਾਹ ਯਕੀਨ ਦੀ ਕੁੱਲਾ ਬੱਧੀ, ਸਭੋ ਹੱਕ ਹੀ ਹੱਕ ਠਹਿਰਾਈਏ ਜੀ। ਤੇ ਕੀ ਕਿਹਾ ਫਿਰ ਇਹਨਾਂ ਲਾਈਨਾਂ ਦੇ ਵਿੱਚ ਦੇਖੋ, ਵਾਰਿਸ ਸ਼ਾਹ ਨੇ ਬਾਲਨਾਥ ਨੇ ਰਾਂਝੇ ਨੂੰ ਜੋਗੀ ਦੀ ਮਰਿਆਦਾ ਸਮਝਾਉਂਦਾ ਦੱਸਿਆ ਕਿ ਜਿਸ ਦੁਆਰੇ ਤੇ ਜੋਗੀ ਭਿੱਖਿਆ ਮੰਗਦਾ ਹੈ ਤੇ ਉਹ ਦੁਆਰਾ ਸੁਖੀ ਵਸਦਾ ਹੈ। ਸੁਖੀ ਦੁਆਰ ਵਸੇ ਜੋਗੀ ਭੀਖ ਮੰਗੇ, ਜਿੱਥੋਂ ਜੋਗੀ ਭੀਖ ਮੰਗਦਾ ਉਹ ਦੁਆਰ ਸੁਖੀ ਵਸਦਾ। ਭਿੱਖਿਆ ਲੈਣ ਮਗਰੋਂ ਘਰ ਵਾਲਿਆਂ ਦੇ ਸੁੱਖ ਲਈ ਅਰਦਾਸ ਕਰਨੀ ਚਾਹੀਦੀ ਹੈ ਤੇ ਅਸੀਸ ਦੇਣੀ ਚਾਹੀਦੀ ਹੈ। ਤੇ ਜੋਗੀ ਨੂੰ ਚਾਹੀਦਾ ਹੈ ਕਿ ਉਹ ਭਿੱਖਿਆ ਮੰਗੇ ਨਗਰ ਦੇ ਵਿੱਚੋਂ ਤੇ ਉਸ ਤੋਂ ਬਾਅਦ 'ਚ ਮਸਤ ਲਟਕਦੇ ਹੋਏ ਵਾਪਸ ਡੇਰੇ 'ਤੇ ਆ ਜੇ। ਠੀਕ ਹੈ। ਅਤੇ ਉਸਨੂੰ ਇਹ ਵੀ ਚਾਹੀਦਾ ਕਿ ਉਹ ਵੱਡੀ ਉਮਰ ਦੀ ਇਸਤਰੀ ਨੂੰ ਆਪਣੀ ਮਾਂ ਸਮਝ ਕੇ ਨਿਸ਼ਚਾ ਕਰੇ ਅਤੇ ਛੋਟੀ ਇਸਤਰੀ ਨੂੰ ਭੈਣ ਦੇ ਬਰਾਬਰ ਸਮਝੇ। ਛੋਟੀ ਭੈਣ ਮਿਸਾਲ ਕਰਾਈਏ ਜੀ। ਠੀਕ ਹੈ। ਭੈਣ ਦੇ ਬਰਾਬਰ ਸਮਝੇ। ਵਾਰਿਸ ਸ਼ਾਹ ਕਹਿੰਦਾ ਹੈ ਕਿ ਬਾਲਨਾਥ ਨੇ ਰਾਂਝੇ ਨੂੰ ਕਿਹਾ ਕਿ ਯਕੀਨ ਦੀ ਕਲਾ ਵਿੱਚ ਵੱਝ ਕੇ ਸਭ ਕੁਝ ਉਸਨੂੰ ਸੱਚ ਹੀ ਸੱਚ ਆਖਣਾ ਚਾਹੀਦਾ ਹੈ, ਯਾਨੀ ਸੱਚ ਹੀ ਬੋਲਣਾ ਹਮੇਸ਼ਾ। ਠੀਕ ਹੈ। ਕੁੱਲਾਵੱਧੀ, ਯਕੀਨ ਦੀ ਕੁੱਲਾਵੱਧੀ, ਸਭੋ ਹੱਕ ਹੀ ਹੱਕ ਠਹਿਰਾਈਏ ਜੀ, ਸੱਚ ਹੀ ਸੱਚ ਕਹਿਣਾ। ਤੇ ਬਾਲਨਾਥ ਵੱਲੋਂ ਰਾਂਝੇ ਨੂੰ ਨਸੀਹਤ। ਕਵਿਤਾ ਦਾ ਕੇਂਦਰੀ ਭਾਵ ਦੇਖੋ,
जोग देने पिछों बालनाथ ने जोगी बने रांझे नूं नसीहत दिंदिआं कहा कि किस तरह उसने हर रोज़ नहा धो के पिंडे उत्ते सुआह मली ते हत्थ विच सिंगी फौड़ी ते खप्परी फड़ के अलख जगाउंदिआं नगर विच प्रवेश करना है। ते उसने कहा कि उसने वड्डी इस्त्री नूं मां समान ते छोटी नूं भैन समान जान के जति सती जीवन गुजारना है। अगे आ गया रांझे दा जोग लैके विदा होना। जोगी नाथ ਤੋਂ खुशी ਲੈ विदा होया छुट्टा बाज ज्यों तेज ਤਰਾਰਿਆਂ ਨੂੰ ਇੱਕ ਪਲਕ ਵਿੱਚ ਕੰਮ ਜਾ ਹੋਏ ਗਿਆ ਲੱਗੀ ਅੱਗ जोगी ਆੜਿਆਂ ਸਾਰਿਆਂ ਨੂੰ ਮੁੜ ਕੇ ਧੀਦੂ ਨੇ ਇੱਕ ਜਵਾਬ ਦਿੱਤਾ ਉਹਨਾਂ ਚੇਲਿਆਂ ਹਨ ਸਾਰਿਆਂ ਨੂੰ ਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ ਜੋਗ ਮਿਲੇ ਨਾ ਰੱਬ ਦਿਆਂ ਮਾਰਿਆਂ ਨੂੰ ਅਸੀਂ ਜੱਟ ਅਣਜਾਣ ਸਾਂ ਫਾਸ ਗਏ ਕਰਮ ਕੀਤਾ ਸੂ ਅਸਾਂ ਵਿਚਾਰਿਆਂ ਨੂੰ ਵਾਰੇ ਸ਼ਾਹ ਅੱਲਾ ਜਾਂ ਕਰਮ ਕਰਦਾ ਹੁਕਮ ਹੁੰਦਾ ਹੈ ਨੇਕ ਸਤਾਰਿਆਂ ਨੂੰ। जोगीड़िया जिहड़ा जानी जोगियां चेलियां हंसियारियां जालमा ते करम मेहर। ठीक है। तो रांझे नूं बालनाथ ने जोग की बख्श करके खुश कर दिता तो वह उतों इस तरह विदा हो के तुर पिया जिस तरह बाज शिकारी के हथों छुट के तेज़ उडारियां मारन लग पैंदा है। तो रांझे का जोग धारन का काम एक पल विच सिरे चढ़ गया। ठीक है। एक पलक विच काम जा होए गया। ठीक है। एक काम पलक दे विच एक पल दे विच काम हो गया सिरे चढ़ गया। तो ये देख के बालनाथ के सारे चेलियां नूं ईरखा ते बेहद गुस्सा चढ़ गया। ठीक है। अग जोगी अड़िया सारियां नूं ठीक है भी सारे जोगी अड़े से जोड़े वो चेले से उन्होंने सारिਆਂ ਨੂੰ ਅੱਗ ਲੱਗ गई भी वो सारे दुखी हो गए इस गल ते भी इहनूं इन्नी छेती किवें दीख ना मिल गई। तो धीदो रांझे ने मुड़ के उन्होंने जालम चेलिਆਂ ਨੂੰ जवाब दिता कि जेकर चंगे कर्म होण तां बंदे नूं जोग मिलदा जोग उन्हां नूं नहीं मिलदा जिन्हां उत्ते रब कहरवान हो गया होवे। असीं अनजान जट जोग दे राह उत्ते तुरन लई एवें फस गए सां। असीं जट अनजान सां फस गए। ठीक है। तो कहना फस गए सां पर रब ने उस विचारे उत्ते मेहर करके उसनूं जोग की बख्शिश की है। तो कवि कहता है कि जदों रब की मेहर हुंदी है तो वो नेक सतारिਆਂ ਨੂੰ हुक्म दे के बंदे की किस्मत बदल दिंदा है। हुक्म हुंदा है नेक सतारिਆਂ ਨੂੰ। ठीक है। भी जे किसी के कर्म बदलने होण तो फिर नेक सतारिਆਂ ਨੂੰ हुक्म हुंदा ते वो उसके कर्म बदल दिंदे आ। रांझे का जोग लैके रंगपुर जाना ताए टिल्लियों राओ लै खेड़ियां दी चलिया मींह जो आमदा उठ उत्ते काबा रख मत्थे रब याद करके चढ़िया खेड़ियां दी सज्जी गुठ उत्ते नशे नाल झुलारदा मस्त जोगी जिवें सुंदरी झूलदी उठ उत्ते चिप्पी खपरी फौड़ी डंडा कुंडा भंग पोस्त चा बद्दा सू पिठ उत्ते सन्यास बैराग जो लड़न चले रख हथ तलवार दी मुठ उत्ते एवें सरकदा आमदा खेड़ियां नूं जिवें फौज चढ़ दौड़दी लुट उत्ते। तां उठ हुंदा देखो मेहरबान ते काबा ਤੇ ਮੱਕੇ ਵਿੱਚ ਮੁਸਲਿਮ ਸਮਾਜ ਦਾ ਜਿਹੜਾ ਧਾਰਮਿਕ ਸਥਾਨ ਹੈ ਤੇ ਝੁਲਾਰ ਦਾ ਹੁੰਦਾ ਝੂਮ ਦਾ। ਰਾਂਝਾ ਬਾਲਨਾਥ ਤੇ ਟਿੱਲੇ ਤੋਂ ਜੋਗ ਲੈ ਕੇ ਖੇੜਿਆਂ ਦਾ ਰਾਹ ਫੜ ਕੇ ਇਸ ਤਰ੍ਹਾਂ ਚੱਲ ਪਿਆ ਜਿਸ ਤਰ੍ਹਾਂ ਮੀਂਹ ਮਿਹਰਬਾਨ ਹੋ ਕੇ ਵਰਨ ਲਈ ਚੜ੍ਹ ਆਉਂਦਾ ਹੈ ਮੀਂਹ ਜਿਉਂ ਆਮਦਾ ਵੁੱਠਤ ਉੱਤੇ। ਠੀਕ ਹੈ। ਵੁੱਠਤ ਜਾਨੀ ਮਿਹਰਬਾਨ ਉੱਤੇ ਹੋ ਕੇ ਚੜ੍ਹ ਆਉਂਦਾ ਹੈ ਤੇ ਉਸਨੇ ਕਾਬੇ ਵੱਲ ਆਪਣਾ ਸਤਿਕਾਰ ਪ੍ਰਗਟ ਕੀਤਾ ਤੇ ਰੱਬ ਨੂੰ ਯਾਦ ਕਰਕੇ ਖੇੜਿਆਂ ਦੀ ਦਿਸ਼ਾ ਵੱਲ ਸੱਜੀ ਗੁੱਠ ਨੂੰ ਚੱਲ ਪਿਆ। ਤੇ जोगी ਦੇ ਰੂਪ ਵਿੱਚ ਰਾਂਝਾ ਨਸ਼ੇ ਵਿੱਚ ਇਸ ਤਰ੍ਹਾਂ ਝੂਮਦਾ ਸੀ ਜਿਸ ਤਰ੍ਹਾਂ ਊਠ ਤੇ ਬੈਠੀ ਕੋਈ ਸੁੰਦਰੀ ਝੂਲਦੀ ਹੋਵੇ। ਠੀਕ ਹੈ। ਜਿਵੇਂ ਸੁੰਦਰੀ ਝੂਲਦੀ ਉੱਠ ਉੱਤੇ ਉੱਠ ਜਾਨੀ ਊਠ ਦੇ ਉੱਪਰ ਬੈਠੀ ਵੀ ਹੈ ਤੇ ਉਸਨੇ ਆਪਣੀ ਪਿੱਠ ਉੱਤੇ ਚਿੱਪੀ ਖੱਪਰੀ ਫੌੜੀ ਡੰਡਾ ਕੁੰਡਾ ਆਦਿ ਪੋਸਤ ਆਦਿ ਬੰਨੇ ਹੋਏ ਸਨ। ਉਹ ਵੈਰਾਗ ਦੇ ਸੰਨਿਆਸ ਰੂਪੀ ਤਲਵਾਰ ਦੀ ਮੁੱਠ ਉੱਤੇ ਹੱਥ ਰੱਖ ਕੇ ਇਸ਼ਕ ਦੇ ਦੁੱਖਾਂ ਨਾਲ ਲੜਨ ਲੱਗਾ ਸੀ ਤੇ ਉਹ ਖੇੜਿਆਂ ਵੱਲ ਨੂੰ ਇਸ ਤਰ੍ਹਾਂ ਸਰਕਦਾ ਆ ਰਿਹਾ ਸੀ ਜਿਸ ਤਰ੍ਹਾਂ ਫੌਜ ਸ਼ਹਿਰ ਦੀ ਲੁੱਟ ਕਰਨ ਲਈ ਚੜੀ ਹੋਈ ਹੋਵੇ ਜਿਵੇਂ ਫੌਜ ਚੜ੍ਹ ਦੌੜਦੀ ਲੁੱਟ ਉੱਤੇ। ਠੀਕ ਹੈ। ਜਿਵੇਂ ਲੁੱਟ ਕਰਨ ਦੇ ਲਈ ਫੌਜ ਚੜੀ ਆ ਰਹੀ ਹੋਵੇ। ਹਾਂਜੀ। ਅੱਗੇ ਆ ਗਿਆ ਜੋਗੀ ਦੀ ਫੇਰੀ। ਕੁੜੀਆਂ ਵੇਖ ਕੇ ਜੋਗੀ ਦੀ ਤਬਾਹ ਸਾਰੀ ਘਰੀ ਹੱਸਦੀਆਂ ਹੱਸਦੀਆਂ ਆਈਆਂ ਨੀ ਮਾਏ ਇੱਕ ਜੋਗੀ ਸਾਡੇ ਨਗਰ ਆਇਆ ਕੰਨੀ ਉਸਨੇ ਮੁੰਦਰਾਂ ਪਾਈਆਂ ਨੀ ਨਹੀਂ ਬੋਲਦਾ ਬੁਰਾ ਜ਼ੁਬਾਨ ਵਿੱਚੋਂ ਭਾਵੇਂ ਭਿੱਖਿਆ ਪਾਉਣ ਨਾ ਮਾਈਆਂ ਨੀ ਹੱਥ ਖੱਪਰੀ ਫੌੜੀ ਮੋਢਿਆਂ ਤੇ ਗਲ ਸੇਲੀਆਂ ਅਜਬ ਬਣਾਈਆਂ ਨੀ। ਕਵੀ ਕੀ ਕਹਿੰਦਾ ਦੇਖੋ ਵੀ ਰੰਗਪੁਰ ਖੇੜਿਆਂ ਦੀਆਂ ਕੁੜੀਆਂ ਰਾਂਝੇ ਜੋਗੀ ਦਾ ਸੁਭਾਅ ਤੇ ਤੌਰ ਤਰੀਕਾ ਦੇਖ ਕੇ ਹੱਸਦੀਆਂ ਹੱਸਦੀਆਂ ਆਪਣੇ ਘਰਾਂ ਨੂੰ ਆਈਆਂ ਤੇ ਕੀ ਕਹਿੰਦੀਆਂ ਅੱਗੇ ਆਪਦੀਆਂ ਮਾਵਾਂ ਨੂੰ ਤੇ ਉਹ ਆਪਣੀਆਂ ਮਾਵਾਂ ਨੂੰ ਕਹਿਣ ਲੱਗੀਆਂ ਕਿ ਉਹਨਾਂ ਦੇ ਪਿੰਡ ਵਿੱਚ ਇੱਕ ਅਜਿਹਾ ਜੋਗੀ ਆਇਆ ਹੈ ਜਿਸ ਨੇ ਆਪਣੇ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਹਨ। ਭਾਵੇਂ ਉਸ ਨੂੰ ਕੋਈ ਖੈਰ ਪਾਵੇ ਭਾਵੇਂ ਨਾ ਪਾਵੇ ਪਰ ਉਹ ਜ਼ੁਬਾਨ ਤੋਂ ਕਿਸੇ ਨੂੰ ਮੰਦਾ ਨਹੀਂ ਬੋਲਦਾ ਤੇ ਉਸਦੇ ਹੱਥ ਵਿੱਚ ਖੱਪਰੀ ਫੜੀ ਹੋਈ ਹੈ ਤੇ ਉਸਦੇ ਮੋਢਿਆਂ ਉੱਤੇ ਫੌੜੀ ਹੈ ਤੇ ਗਲ ਵਿੱਚ ਸੇਲੀਆਂ ਪਾ ਕੇ ਉਸਨੇ ਅਦਭੁਤ ਸੂਰਤ ਬਣਾਈ ਹੋਈ ਹੈ।
ਸੇਲੀਆਂ ਦੇਖੋ ਸਿਰ ਉੱਪਰ ਬੰਨੀ ਜਾਂ ਗਲ ਵਿੱਚ ਪਾਈ ਹੋਈ ਇੱਕ ਡੋਰੀ ਹੁੰਦੀ ਹੈ, ਠੀਕ ਹੈ, ਵੀ ਉਹ ਪਾ ਕੇ ਉਸਨੇ ਇੱਕ ਆਪਣੀ ਅਦਭੁਤ ਜਿਹੀ ਸੂਰਤ ਬਣਾਈ ਹੋਈ ਹੈ। ਕਦੇ ਸੰਗਲੀ ਸੁੱਟ ਕੇ ਸ਼ਗਨ ਵਾਚੇ, ਕਦੇ ਔਸੀਆਂ ਸਵਾਹ 'ਤੇ ਪਾਈਆਂ ਨੀ, ਕਦੇ ਕਿੰਗ ਵਜਾਏ ਕੇ ਖਲਾ ਰੋਵੇ, ਕਦੇ ਹੱਸ ਕੇ ਨਾਦ ਕੁਕਾਈਆਂ ਨੀ। ਤਾਂ ਕੁਕਾਈਆਂ ਹੁੰਦਾ ਵੱਜਦੀਆਂ। ਇਹ ਦੇਖੋ ਕੁੜੀਆਂ ਕੀ ਕਹਿੰਦੀਆਂ ਜਾ ਕੇ ਆਪਦੀਆਂ ਮਾਵਾਂ ਨੂੰ, ਉਹ ਕਹਿੰਦੀਆਂ ਹੈ ਕਿ ਉਹ ਸੰਗਲੀ ਸੁੱਟ ਕੇ ਸ਼ਗਨ ਵਾਚਣ ਦਾ ਕੰਮ ਵੀ ਕਰਦਾ ਹੈ, ਅਤੇ ਕਦੇ ਸਵਾਹ ਦੇ ਉੱਤੇ ਔਸੀਆਂ ਪਾ ਕੇ ਕਿਸੇ ਦੀ ਉਡੀਕ ਕਰਦਾ ਦਿਸਦਾ, ਅਤੇ ਕਦੇ ਉਹ ਖੜਾ ਕਿੰਗ ਵਜਾਉਂਦਾ ਅਤੇ ਕਦੇ ਰੋਂਦਾ ਅਤੇ ਕਦੇ ਹੱਸ ਕੇ ਨਾਦ ਵਜਾਉਂਦਾ। 8 ਪਹਿਰ ਅੱਲਾ ਨੂੰ ਯਾਦ ਕਰਦਾ, ਖੈਰ ਉਸ ਨੂੰ ਪਾਉਂਦੀਆਂ ਮਾਈਆਂ ਨੀ, ਨਸ਼ੇਬਾਜ਼ ਭਾਵਾਂ ਉਹਦੀਆਂ ਮੱਤੀਆਂ ਨੇ, ਅਤੇ ਮਿਰਗਾਣੀਆਂ ਗਲੇ ਬਣਾਈਆਂ ਨੀ। ਤਾਂ ਉਹ ਕਹਿੰਦਾ ਵੀ ਉਹ ਦਿਨ ਰਾਤ ਰੱਬ ਨੂੰ ਯਾਦ ਕਰਦਾ, 8 ਪਹਿਰ ਜਾਨੀ ਦਿਨ ਰਾਤ ਰੱਬ ਨੂੰ ਯਾਦ ਕਰਦਾ, ਅਤੇ ਜਨਾਨੀਆਂ ਉਸ ਨੂੰ ਖੈਰ ਪਾਉਂਦੀਆਂ ਹਨ, ਅਤੇ ਉਸਦੇ ਭਰਵੱਟੇ ਬਿਨਾਂ ਨਸ਼ੇ ਤੋਂ ਹੀ ਮਸਤ ਦਿਖਾਈ ਦੇ ਰਹੇ ਹਨ, ਅਤੇ ਮਿਰਗ ਦੀ ਚਮੜੀ ਉਸਨੇ ਗਲ ਵਿੱਚ ਪਾਈ ਹੋਈ ਹੈ, ਅਤੇ ਮਿਰਗਾਣੀਆਂ ਗਲੇ ਬਣਾਈਆਂ ਨੇ, ਠੀਕ ਹੈ। ਮਿਰਗ ਦੀ ਚਮੜੀ ਹੈ ਜਿਹੜੀ ਉਸਨੇ ਗਲ ਦੇ ਵਿੱਚ ਪਾਈ ਹੋਈ ਹੈ, ਮਿਰਗ ਦੀ ਖੱਲ ਅਤੇ ਮੱਤੀਆਂ ਦੇਖੋ ਹੁੰਦਾ ਮਸਤ। ਜਟਾਂ ਸੋਹੰਦੀਆਂ ਸ਼ੈਲ ਉਸ ਜੋਗੜੇ ਨੂੰ, ਜਿਵੇਂ ਚੰਨ ਦੁਆਲੇ ਘਟਾਂ ਆਈਆਂ ਨੀ, ਨਾ ਕੋਈ ਮਾਰਦਾ ਨਾ ਕਿਸੇ ਨਾਲ ਲੜਿਆ, ਨੈਣਾ ਉਸਦੀਆਂ ਸ਼ੈਂਬਰਾਂ ਲਾਈਆਂ ਨੀ, ਕੋਈ ਗੁਰੂ ਪੂਰਾ ਉਸ ਨੂੰ ਆਏ ਮਿਲਿਆ, ਕੰਨ ਛੇਦ ਕੇ ਮੁੰਦਰਾਂ ਪਾਈਆਂ ਨੀ, ਵਾਰਿਸ ਸ਼ਾਹ ਚੇਲਾ ਬਾਲ ਨਾਥ ਦਾ, ਇਹ ਝੋਕਾਂ ਪ੍ਰੇਮ ਦੀਆਂ ਕਿਸੇ ਨੇ ਲਾਈਆਂ ਨੀ। ਤਾਂ ਫਿਰ ਕੀ ਕਹਿੰਦੀਆਂ ਕੁੜੀਆਂ ਉਦੋਂ ਅੱਗੇ ਜਾ ਕੇ ਆਪਦੀ ਮਾਂ ਨੂੰ, ਅਗਲੀਆਂ ਲਾਈਨਾਂ ਦੇ ਵਿੱਚ ਦੇਖੋ, ਉਹ ਕਹਿੰਦੀਆਂ ਵੀ ਗੱਭਰੂ ਜੋਗੀ ਦੇ ਮੂੰਹ ਦੁਆਲੇ ਜਟਾਂ ਇਸ ਤਰ੍ਹਾਂ ਸੋਭ ਰਹੀਆਂ ਹਨ ਜਿਸ ਤਰ੍ਹਾਂ ਚੰਦ ਦੁਆਲੇ ਕਾਲੀਆਂ ਘਟਾਂ ਨੇ ਘੇਰਾ ਪਾਇਆ ਹੋਇਆ ਹੋਵੇ। ਨਾ ਉਸ ਨੂੰ ਕਿਸੇ ਨੇ ਮਾਰਿਆ ਹੈ ਅਤੇ ਨਾ ਹੀ ਉਹ ਕਿਸੇ ਨਾਲ ਲੜਿਆ ਹੈ, ਅਤੇ ਉਸ ਦੀਆਂ ਅੱਖਾਂ ਨੇ ਪਿਆਰ ਦੀ ਵਰਖਾ ਕੀਤੀ ਹੋਈ ਹੈ। ਜਾਪਦਾ ਹੈ ਕਿ ਉਸ ਨੂੰ ਕੋਈ ਪੂਰਾ ਗੁਰੂ ਮਿਲ ਗਿਆ ਹੈ, ਕੋਈ ਪੂਰਾ ਗੁਰੂ ਉਸ ਨੂੰ ਆਏ ਮਿਲਿਆ, ਠੀਕ ਹੈ, ਵੀ ਜਿਸ ਨੇ ਉਸਦੇ ਕੰਨਾਂ ਨੂੰ ਵਿੰਨ੍ਹ ਕੇ ਉਸ ਵਿੱਚ ਮੁੰਦਰਾਂ ਪਾ ਦਿੱਤੀਆਂ। ਅਤੇ ਕਵੀ ਕਹਿੰਦਾ ਹੈ ਕਿ ਉਹ ਅਸਲ ਵਿੱਚ ਬਾਲਨਾਥ ਦਾ ਚੇਲਾ ਹੈ, ਜਿਸ ਨੂੰ ਕਿਸੇ ਪਿਆਰੀ ਨੇ ਪ੍ਰੇਮ ਦੇ ਨਸ਼ੇ ਦੇ ਝੂਟੇ ਦੇ ਦਿੱਤੇ ਹਨ। ਕੇਂਦਰੀ ਭਾਵ ਦੇਖੋ ਇਹਨਾਂ ਲਾਈਨਾਂ ਦਾ। ਰਾਂਝਾ ਜੋਗੀ ਦੇ ਭੇਸ ਵਿੱਚ ਆਪਣੀ ਮਹਿਬੂਬਾ ਹੀਰ ਦੇ ਸਹੁਰੇ ਪਿੰਡ ਵਿੱਚ ਫੇਰੀ ਮਾਰਨ ਲੱਗਾ, ਤਾਂ ਉਸ ਨੂੰ ਦੇਖ ਕੇ ਪਿੰਡ ਦੀਆਂ ਕੁੜੀਆਂ ਘਰ ਘਰ ਵਿੱਚ ਉਸਦੇ ਰੰਗ ਢੰਗ ਅਤੇ ਉਸਦੀ ਸੁੰਦਰਤਾ ਬਾਰੇ ਗੱਲਾਂ ਕਰਨ ਲੱਗੀਆਂ। ਅੱਗੇ ਵਸਤੂਨਿਸ਼ਟ ਪ੍ਰਸ਼ਨ ਆ ਕੇ ਦੇਖੋ, ਵਾਰਿਸ ਸ਼ਾਹ ਕਿਸ ਸ਼ਾਹਕਾਰ ਰਚਨਾ ਕਰਕੇ ਮਸ਼ਹੂਰ ਹੋਇਆ ਹੈ? ਤਾਂ ਕਿੱਸਾ ਹੀਰ ਰਾਂਝਾ ਕਰਕੇ। ਅਤੇ ਵਾਰਿਸ ਸ਼ਾਹ ਦੇ ਕਿੱਸੇ ਹੀਰ ਰਾਂਝਾ ਵਿੱਚ ਰਾਂਝਾ ਕਿਸ ਜੋਗੀ ਕੋਲ ਯੋਗ ਪ੍ਰਾਪਤ ਕਰਨ ਲਈ ਜਾਂਦਾ? ਤਾਂ ਬਾਲਨਾਥ ਕੋਲ। ਵਾਰਿਸ ਸ਼ਾਹ ਅਨੁਸਾਰ ਯੋਗ ਦਾ ਪੰਥ ਕਿਸ ਨੇ ਬਣਾਇਆ ਹੈ? ਤਾਂ ਮਹਾਦੇਵ ਨੇ ਜਾਂ ਸ਼ਿਵ ਜੀ ਨੇ। ਬਾਲਨਾਥ ਰਾਂਝੇ ਨੂੰ ਨਹਾਉਣ ਤੋਂ ਬਾਅਦ ਸਰੀਰ ਉੱਤੇ ਕੀ ਮਲਣ ਦੀ ਸਲਾਹ ਦਿੰਦਾ ਹੈ? ਤਾਂ ਵਿਭੂਤੀ ਮਲਣ ਦੀ ਜਾਂ ਸਵਾਹ ਮਲਣ ਦੀ, ਠੀਕ ਹੈ। ਬਾਲਨਾਥ ਨੇ ਯੋਗ ਦੇਣ ਸਮੇਂ ਰਾਂਝੇ ਨੂੰ ਵੱਡੀ ਅਤੇ ਛੋਟੀ ਇਸਤਰੀ ਨੂੰ ਕਿਸ ਸਮਾਨ ਸਤਿਕਾਰ ਦੇਣ ਦੀ ਨਸੀਹਤ ਦਿੱਤੀ? ਵੱਡੀ ਇਸਤਰੀ ਨੂੰ ਮਾਂ ਸਮਾਨ ਅਤੇ ਛੋਟੀ ਨੂੰ ਭੈਣ ਸਮਾਨ। ਰਾਂਝਾ ਯੋਗ ਲੈਣ ਉਪਰੰਤ ਕਿੱਥੇ ਜਾਣ ਲਈ ਤੁਰਿਆ? ਤਾਂ ਉਹ ਰੰਗਪੁਰ ਖੇੜੀ। ਅਤੇ ਰਾਂਝਾ ਯੋਗ ਲੈ ਕੇ ਰੰਗਪੁਰ ਖੇੜਿਆਂ ਨੂੰ ਕੀ ਕਰਨ ਗਿਆ ਸੀ? ਤਾਂ ਹੀਰ ਨੂੰ ਮਿਲਣ ਗਿਆ ਸੀ। ਅਤੇ ਰਾਂਝੇ ਜੋਗੀ ਨੇ ਕੰਨਾਂ ਵਿੱਚ ਕੀ ਪਾਇਆ ਹੋਇਆ ਸੀ? ਤਾਂ ਮੁੰਦਰਾਂ ਪਾਈਆਂ ਹੋਈਆਂ ਸਨ, ਠੀਕ ਹੈ। ਅਤੇ ਪੰਜਾਬੀ ਦਾ ਸਭ ਤੋਂ ਵੱਡਾ ਕਿੱਸਾਕਾਰ ਕੌਣ ਹੈ? ਤਾਂ ਵਾਰਿਸ ਸ਼ਾਹ। ਵਾਰਿਸ ਸ਼ਾਹ ਨੇ ਹੀਰ ਦਾ ਕਿੱਸਾ ਕਿਹੜੇ ਛੰਦ ਵਿੱਚ ਲਿਖਿਆ? ਤਾਂ ਬੈਂਤ ਛੰਦ ਵਿੱਚ। ਤਾਂ ਇਸ ਤਰ੍ਹਾਂ ਦੇ ਕੁਐਸਚਨ ਵੀ ਤੁਹਾਨੂੰ ਪੇਪਰ ਦੇ ਵਿੱਚ ਆਉਣਗੇ। ਤਾਂ ਇਹ ਸੀ ਦੇਖੋ ਵਾਰਿਸ ਸ਼ਾਹ ਦੀ ਹੀਰ ਵਿੱਚੋਂ ਲਏ ਗਏ ਕੁਝ ਟੋਟੇ, ਜਿਨ੍ਹਾਂ ਦੀ ਕਿ ਆਪਾਂ ਵਿਆਖਿਆ ਕੀਤੀ ਹੈ। ਵੀਡੀਓ ਨੂੰ ਧਿਆਨ ਨਾਲ ਦੇਖੋ ਅਤੇ ਯਾਦ ਕਰੋ, ਅਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਲਾਈਕ ਵੀ ਕਰਿਆ ਕਰੋ, ਅਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ ਤਾਂ ਕਿ ਇਹ ਜਾਣਕਾਰੀ ਕਿਸੇ ਹੋਰ ਤੱਕ ਪਹੁੰਚ ਸਕੇ। ਅਤੇ ਜੇ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।